प्रेज द लॉर्ड हालेलुया। थैंक यू लॉर्ड जीसस प्रभु यीशु। ਜ਼ਮੀਨ ਅਸਮਾਨ ਦੇ ਮਾਲਕ ਤੇ ਖਾਲਕ, ਅਸੀਂ ਤੁਹਾਡਾ ਸ਼ੁਕਰਗੁਜ਼ਾਰ ਕਰਦੇ, ਅਸੀਂ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ। ਤੂੰ ਬਹੁਤ ਹੀ ਪਿਆਰ ਨਾਲ ਭਰਿਆ ਪਰਮੇਸ਼ਵਰ ਤੇ ਦਰਸ ਨਾਲ ਭਰਿਆ ਪਰਮੇਸ਼ਰ। ਤੇਰਾ ਸ਼ੁਕਰ ਕਰਦੇ ਅੱਜ ਦੇ ਅੱਛੇ ਤੇ ਪਵਿੱਤਰ ਦਿਨ ਦੇ ਲਈ ਤੇਰਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ। ਮੇਰੇ ਪਿਤਾ ਪਰਮੇਸ਼ਰ, ਜੋ ਵੀ ਅਸੀਂ ਵਚਨ ਸਿੱਖੀਏ ਪਿਤਾ ਪਰਮੇਸ਼ਰ ਯਿਸੂ ਜੀ, ਤੂੰ ਸਾਡੀ ਮਦਦ ਤੇ ਸਹਾਇਤਾ ਆਪਣੇ ਪੁੱਤਰ ਆਤਮਾ ਦੇ ਦੁਆਰਾ ਪ੍ਰਭੂ ਯਿਸੂ ਜੀ ਸਾਡੇ ਨਾਲ ਗੱਲਬਾਤ ਕਰਨਾ ਪਿਤਾ ਪਰਮੇਸ਼ਰ, ਤਾਂ ਕਿ ਅਸੀਂ ਸਾਰੇ जिन्हें भी इस वीडियो में देखते प्रभु, जिन्हें भी भैन भाई इस वीडियो में देखते प्रभु जी, एक एक के उपर तेरी बहुत कृपा, तेरा रहम, तेरा फजल चाहने प्रभु, ताकि ये वचन सुन के प्रभु तेरे को बहुत बड़ी बरकत आशीष पाए यीशु मसीह नासरत दे नाम च आमीन आमीन। थैंक यू लॉर्ड जीसस। प्रभु का बहुत शुक्रगुजार करते हो, धन्यवाद करते हैं, क्योंकि परमेश्वर बहुत ही महान और जिंदा दयालु कृपालु बाप आ। अज के अच्छे तो पवित्र दिन के लिए प्रभु का बहुत शुक्रगुजार करते, असीं धन्यवाद करते परमेश्वर के नाम नूं ਇੱਜ਼ਤ ਉਹਦੇ ਨਾਮ ਨੂੰ ਅਸੀਂ ਜਲਾਲ ਦਿੰਦੇ ਹਾਲੇਲੂਇਆ, ਕਿਉਂਕਿ ਪ੍ਰਭੂਆਂ ਦਾ ਪ੍ਰਭੂ ਰਾਜਿਆਂ ਦਾ ਰਾਜਾ ਯਿਸੂ ਨਾਸਰੀ ਜਿਹੜੇ ਹੈ ਬਹੁਤ ਹੀ ਪਿਆਰ ਨਾਲ ਪ੍ਰੇ ਪਰਮੇਸ਼ਰ ਤੇ ਬਹੁਤ ਹੀ ਤਰਸ ਨਾਲ ਪ੍ਰੇ ਪਰਮੇਸ਼ਰ ਹਾਲੇਲੂਇਆ। ਜਦੋਂ ਅਸੀਂ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਪਰਮੇਸ਼ਰ ਦੇ ਨਾਲ ਜੁੜੀ ਰੱਖਦੇ ਹਾਂ ਤਾਂ ਸੱਚਮੁੱਚ ਪਰਮੇਸ਼ਰ ਵੀ ਸਾਡੇ ਨਾਲ ਜੁੜੇ ਰਹਿੰਦੇ ਹਾਲੇਲੂਇਆ। ਔਰ ਪ੍ਰਭੂ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ। ਪਰਮੇਸ਼ਰ ਦੇ ਵਚਨ ਦੇ ਵਿੱਚ ਆਪਾਂ ਦੇਖਣ ਲਈ ਜਾ ਰਹੇ ਹਾਂ ਕਿ ਬਹੁਤ ਸਾਰੇ ਜਿਹੜੇ ਆ ਝੂਠੇ ਸੇਵਕ, ਜਿਹੜੇ ਆ ਝੂਠੇ ਨਬੀ ਜਿਹੜੇ ਆ ਉੱਠ ਖਲੋਤੇ ਆ ਹਾਲੇਲੂਇਆ। ਪਰਮੇਸ਼ਰ ਦੇ ਵਚਨ ਦੇ ਵਿੱਚ ਆਪਾਂ ਦੇਖਣਾ ਹੈ ਕਿ ਕਿਸ ਤਰ੍ਹਾਂ ਲੋਕ ਜਿਹੜੇ ਆ ਲੋਕਾਂ ਨੂੰ ਭਰਮਾ ਰਹੇ ਆ, ਕਿਸ ਤਰ੍ਹਾਂ ਆਪਣੇ ਵੱਲ ਲੈ ਕੇ ਜਾ ਰਹੇ ਆ, ਕਿਸ ਤਰ੍ਹਾਂ ਮਰਕਲ ਜਿਹੜੇ ਆ ਉਹ ਕਰ ਰਹੇ ਆ। ਪਰ ਪਿਤਾ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ, ਪ੍ਰਭੂ ਦਾ ਵਚਨ, ਪਰਮੇਸ਼ਰ ਦੇ ਵਚਨ ਦੇ ਵਿੱਚ ਆਪਾਂ ਦੇਖਣਾ ਹੈ ਕਿ ਜਿਹੜਾ ਪ੍ਰਭੂ ਯਿਸੂ ਮਸੀਹ ਨੂੰ ਦੇਹਧਾਰੀ ਕਰਕੇ ਮੰਨ ਲੈਂਦਾ ਉਹ ਪਰਮੇਸ਼ਰ ਨੂੰ ਪਿਆਰ ਕਰਦਾ ਹੈ ਹਾਲੇਲੂਇਆ। ਆਪਾਂ ਦੇਖਣਾ ਹੈ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਪਹਿਲਾ ਝੂਨਾ ਉਹਦੀ 4 ਬਾਪ ਦੀ 1 ਐਤ ਤੋਂ ਆਪਾਂ ਦੇਖਣਾ ਹੈ। हे ਪਿਆਰੋ, ਹਰੇਕ ਆਤਮਾ ਦੀ ਪ੍ਰਤੀਤ ਨਾ ਕਰ ਲਓ, ਸਗੋਂ ਆਤਮਿਆਂ ਨੂੰ ਪਰਖੋ ਭਈ ਉਹ ਪਰਮੇਸ਼ਰ ਤੋਂ ਹਨ ਕਿ ਨਹੀਂ, ਕਿਉਂ ਜੋ ਬਾਹਲੇ ਝੂਠੇ ਨਬੀ ਸੰਸਾਰ ਵਿੱਚ ਨਿਕਲ ਆਏ ਹਨ ਹਾਲੇਲੂਇਆ। ਪਰਮੇਸ਼ਰ ਦੇ ਵਚਨ 'ਚ ਮੇਰੇ ਜੀ ਜੋ ਸਾਫ਼ ਲਿਖਿਆ ਹੈ ਕਿ हे ਪਿਆਰਿਓ, ਹਰੇਕ ਆਤਮਾ ਦੀ ਪ੍ਰਤੀਤ ਨਾ ਕਰ ਲਓ ਹਾਲੇਲੂਇਆ। हे ਪਿਆਰਿਓ, ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜੇ ਆਪ ਗੱਲਬਾਤ ਕਰ ਰਹੇ ਆ, ਔਰ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਵਚਨ ਦੇ ਵਿੱਚੋਂ ਅਸੀਂ ਸਿੱਖ ਰਹੇ ਹਾਂ ਕਿ ਲਿਖਿਆ हे ਪਿਆਰਿਓ, ਹਰੇਕ ਆਤਮਾ ਦੀ ਪ੍ਰਤੀਤ ਨਾ ਕਰ ਲਓ, ਸਗੋਂ ਆਤਮਿਆਂ ਨੂੰ ਪਰਖੋ ਭਈ ਉਹ ਪਰਮੇਸ਼ਰ ਤੋਂ ਹਨ ਕਿ ਨਹੀਂ ਹਾਲੇਲੂਇਆ। ਅਸੀਂ ਐਵੇਂ ਪ੍ਰਤੀਤ ਨਹੀਂ ਕਰ ਲੈਣੀ ਹੈ, ਅਸੀਂ ਪਰਖਣਾ ਹੈ ਕਿ ਸੱਚਮੁੱਚ ਇਹ ਪਰਮੇਸ਼ਰ ਦੇ ਵੱਲੋਂ ਹੈ ਜਾਂ ਪਰਮੇਸ਼ਰ ਤੋਂ ਬਾਹਰ ਗੱਲਬਾਤ ਕਰਦੇ ਹੈ ਹਾਲੇਲੂਇਆ। ਜੇ ਤਾਂ ਸੱਚਮੁੱਚ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਗੱਲਬਾਤ ਕਰਦੇ ਹੈ ਤਾਂ ਸੱਚਮੁੱਚ ਉਹ ਪਰਮੇਸ਼ਰ ਦੇ ਪੁੱਤਰ ਆਤਮਾ ਤੋਂ ਗੱਲਬਾਤ ਕਰਦੇ ਹਾਲੇਲੂਇਆ। ਜੇ ਪਰਮੇਸ਼ਰ ਦੇ ਵਚਨ ਤੋਂ ਬਾਹਰ ਜਾਂਦੇ ਹੈ ਤਾਂ ਉਹ ਪੁੱਤਰ ਆਤਮਾ ਦੇ ਦੁਆਰਾ ਗੱਲਬਾਤ ਨਹੀਂ ਕਰਦੇ ਹੈ। ਲਿਖਿਆ ਹੈ ਸਾਫ਼-ਸਾਫ਼, हे ਪਿਆਰੋ, ਹਰੇਕ ਆਤਮਾ ਦੀ ਪ੍ਰਤੀਤ ਨਾ ਕਰ ਲਓ, ਸਗੋਂ ਆਤਮਾ ਨੂੰ ਪਰਖੋ ਭਈ ਉਹ ਪਰਮੇਸ਼ਰ ਤੋਂ ਹਨ ਕਿ ਨਹੀਂ, ਕਿਉਂ ਜੋ ਬਾਹਲੇ ਝੂਠੇ ਜਿਹੜੇ ਸੰਸਾਰ ਵਿੱਚ ਨਿਕਲ ਆਏ ਹਨ ਹਾਲੇਲੂਇਆ। ਬਾਹਲੇ ਝੂਠੇ ਸੰਸਾਰ ਦੇ ਵਿੱਚ ਨਿਕਲ ਆਏ ਹਨ। ਮੇਰੇ ਜੀਜੋ, ਅਸੀਂ ਪਰਖਣਾ ਹੈ, ਅਸੀਂ ਹਰੇਕ ਆਤਮਾ ਦਾ ਜਿਹੜਾ ਅਸੀਂ ਉਹ ਨਹੀਂ ਕਰ ਲੈਣਾ ਹੈ ਕਿ ਇਹ ਪਰਮੇਸ਼ਰ ਤੋਂ ਹੈ ਹਾਲੇਲੂਇਆ। ਹਰੇਕ ਆਤਮਾ ਨੂੰ ਪਰਖਣਾ ਹੈ ਅਸੀਂ। ਜਦੋਂ ਅਸੀਂ ਪਰਖਾਂਗੇ ਤਾਂ ਸੱਚਮੁੱਚ ਪਰਮੇਸ਼ਰ ਸਾਡੀ ਮਦਦ ਤੇ ਸਹਾਇਤਾ ਕਰਨਗੇ ਕਿ ਸੱਚਮੁੱਚ ਇਹ ਪਰਮੇਸ਼ਰ ਵੱਲੋਂ ਹੈ ਜਾਂ ਨਹੀਂ ਹਾਲੇਲੂਇਆ। ਲਿਖਿਆ ਅੱਗੇ ਲਿਖਿਆ, ਜਿਸ ਤੋਂ ਤੁਸੀਂ ਪਰਮੇਸ਼ਰ ਦੀ ਆਤਮਾ ਨੂੰ ਜਾਣ ਲਓ ਹਾਲੇਲੂਇਆ। ਅਸੀਂ ਪਰਖਣਾ ਹੈ। ਹਰੇਕ ਆਤਮਾ ਜਿਹੜਾ ਮੰਨ ਲੈਂਦਾ ਹੈ ਭਈ ਯਿਸੂ ਮਸੀਹ ਦੇਹਧਾਰੀ ਹੋ ਕੇ ਆਇਆ ਸੋ ਪਰਮੇਸ਼ਰ ਤੋਂ ਹੈ। ਜਿਹੜਾ ਮੰਨ ਲੈਂਦਾ ਹੈ ਕਿ ਪਰਮੇਸ਼ਰ ਜਿਹੜਾ ਦੇਹਧਾਰੀ ਹੋ ਕੇ ਆਇਆ ਉਹ ਕਿੱਥੋਂ ਆ, ਉਹ ਪਰਮੇਸ਼ਰ ਤੋਂ ਆ ਮੇਰੇ ਜੀਜੋ ਹਾਲੇਲੂਇਆ ਹਾਲੇਲੂਇਆ। ਅਤੇ ਹਰੇਕ ਆਤਮਾ ਜਿਹੜਾ ਯਿਸੂ ਨੂੰ ਨਹੀਂ ਮੰਨਦਾ ਹੈ ਸੋ ਪਰਮੇਸ਼ਰ ਤੋਂ ਨਹੀਂ। ਜਿਹੜਾ ਯਿਸੂ ਨੂੰ ਨਹੀਂ ਮੰਨਦਾ, ਹਰੇਕ ਆਤਮਾ ਜਿਹੜਾ ਯਿਸੂ ਨੂੰ ਨਹੀਂ ਮੰਨਦਾ ਹੈ ਉਹ ਪਰਮੇਸ਼ਰ ਤੋਂ ਨਹੀਂ ਹੈ ਅਤੇ ਇਹੋ ਮਸੀਹ ਦੇ ਵਿਰੋਧੀ ਹਨ। ਇਹੋ ਹੀ ਮਸੀਹ ਦੇ ਵਿਰੋਧੀ ਆ ਮੇਰੇ ਜੀਜੋ ਹਾਲੇਲੂਇਆ। ਜਿਹੜੇ ਪ੍ਰਭੂ ਯਿਸੂ ਮਸੀਹ ਨੂੰ ਦੇਹਧਾਰੀ ਹੋ ਕੇ ਆਏ ਨੂੰ ਨਹੀਂ ਮੰਨਦੇ ਹੈ ਉਹ ਜਿਹੜੇ ਆ ਉਹ ਵਿਰੋਧੀ ਆ ਪਰਮੇਸ਼ਰ ਦੇ, ਪ੍ਰਭੂ ਯਿਸੂ ਮਸੀਹ ਦੇ ਵਿਰੋਧੀ ਆ ਮੇਰੇ ਜੀਜੋ ਹਾਲੇਲੂਇਆ। ਮਸੀਹ ਦੇ ਵਿਰੋਧੀ ਅਤੇ ਉਹ ਆਤਮਾ ਹੈ ਜਿਹੜਾ ਤੁਸੀਂ ਸੁਣਿਆ ਵੀ ਆਉਂਦਾ ਹੈ ਅਤੇ ਹੁਣ ਵੀ ਸੰਸਾਰ ਵਿੱਚ ਹੈ ਹਾਲੇਲੂਇਆ। ਉਸ ਆਤਮਾ ਦੀ, ਉਸ ਪਰਮੇਸ਼ਰ ਦੇ ਪੁੱਤਰ ਆਤਮਾ ਦੀ ਅਸੀਂ ਦੇ ਦੁਆਰਾ ਅਸੀਂ ਦੇਖਣਾ ਹੈ, ਪਰਖ ਕਰਨੀ ਹੈ ਕਿ ਸੱਚਮੁੱਚ ਪਰਮੇਸ਼ਰ ਦੇ ਵੱਲੋਂ ਹੈ ਜਾਂ ਨਹੀਂ ਹੈ ਮੇਰੇ ਜੀਜੋ ਹਾਲੇਲੂਇਆ। ਪਰਮੇਸ਼ਰ ਨੇ ਸਾਫ਼ ਸਾਨੂੰ ਦੱਸਿਆ ਕਿ ਅਸੀਂ ਪਰਖਣਾ ਹੈ ਕਿ ਪਰਮੇਸ਼ਰ ਦੇ ਵੱਲੋਂ ਹੈ ਜਾਂ ਨਹੀਂ ਹੈ ਮੇਰੇ ਜੀ। ਬਹੁਤ ਸਾਰੇ ਝੂਠੇ ਨਬੀ ਜਿਹੜੇ ਆ ਉਹ ਉੱਠ ਖਲੋਤੇ ਹੈ, ਪਰ ਅਸੀਂ ਪਰਮੇਸ਼ਰ ਕੋਲੋਂ ਪੁੱਤਰ ਆਤਮਾ ਅਸੀਂ ਮੰਗਣਾ ਹੈ, ਪਰਮੇਸ਼ਰ ਦੇ
ਕੋਲੋਂ ਪਵਿੱਤਰ ਆਤਮਾ ਮੰਨ ਕੇ ਫਿਰ ਅਸੀਂ ਪਰਮੇਸ਼ਰ ਦੇ ਕੋਲੋਂ ਪੁੱਛਣਾ ਹੈ ਕਿ ਪਰਮੇਸ਼ਰ ਸੱਚਮੁੱਚ ਇਹ ਪਰਮੇਸ਼ਰ ਦੇ ਸੇਵਕ ਹੈ, ਇਹ ਪਰਮੇਸ਼ਰ ਦੇ ਵਚਨ ਦੇ ਮੁਤਾਬਕ ਗੱਲਬਾਤ ਕਰਦੇ ਹੈ ਜਾਂ ਪਰਮੇਸ਼ਰ ਦੇ ਵਚਨ ਤੋਂ ਬਾਹਰ ਜਾਂਦੇ ਹੈ। ਹਾਲੇਲੂਇਆ, ਥੈਂਕ ਯੂ ਜੀਸਸ। ਸੱਚਮੁੱਚ ਪਰਮੇਸ਼ਰਾਂ ਦਾ ਪਰਮੇਸ਼ਰ, ਪ੍ਰਭੂਆਂ ਦਾ ਪ੍ਰਭੂ, ਰਾਜਿਆਂ ਦਾ ਰਾਜਾ, ਜਦੋਂ ਅਸੀਂ ਆਪਣੀ ਜ਼ਿੰਦਗੀ ਜਿਹੜੀ ਪਰਮੇਸ਼ਰ ਦੇ ਨਾਲ ਜੋੜ ਕੇ ਔਰ ਪਰਮੇਸ਼ਰ ਦਾ ਬਣੇ ਰਹਿੰਦੇ ਹਾਂ ਤਾਂ ਪਰਮੇਸ਼ਰ ਸਾਨੂੰ ਇੱਕ ਦੂਸਰਾ ਸਹਾਇਕ ਦਿੰਦਾ ਹੈ, ਉਹ ਹੈ ਪੁੱਤਰ ਆਤਮਾ। ਹਾਲੇਲੂਇਆ, ਪਰਮੇਸ਼ਰ ਦਾ ਪੁੱਤਰ ਆਤਮਾ ਸਾਨੂੰ ਹਰ ਗੱਲ ਜਿਹੜੀ ਆ ਦੱਸਦਾ ਹੈ, ਹਰ ਗੱਲ ਦੇ ਵਿੱਚ ਸਾਡੀ ਮਦਦ ਤੇ ਸਹਾਇਤਾ ਕਰਦਾ ਹੈ, ਇਕੱਠ ਹੋ ਕੇ ਭਰ ਭਰ ਕੇ ਸਾਡੀ ਸਿਫਾਰਿਸ਼ ਕਰਦਾ ਮੇਰੇ ਜੀਜੋ। ਹਾਲੇਲੂਇਆ, ਇਕੱਠ ਹੋ ਕੇ ਭਰ ਭਰ ਕੇ ਸਾਡੀ ਸਿਫਾਰਿਸ਼ ਕਰਦਾ। ਉਹ ਸਾਨੂੰ ਫਿਰ ਦੱਸਦਾ ਹੈ ਕਿ ਸੱਚਮੁੱਚ ਇਹ ਜਿਹੜੇ ਝੂਠੇ ਨਬੀ ਜਿਹੜੇ ਸੱਚਮੁੱਚ ਇਹ ਪਰਮੇਸ਼ਰ ਵੱਲੋਂ ਹੈ ਜਾਂ ਪਰਮੇਸ਼ਰ ਤੋਂ ਬਾਹਰ ਗੱਲਬਾਤ ਕਰ ਰਿਹਾ ਹੈ। ਜੇ ਤਾਂ ਪਰਮੇਸ਼ਰ ਤੋਂ ਬਾਹਰ ਗੱਲਬਾਤ ਕਰ ਰਿਹਾ ਹੈ, ਜਿਹੜੇ ਪਰਮੇਸ਼ਰ ਪ੍ਰਭੂ ਯਿਸੂ ਨੂੰ ਦੇਹਧਾਰੀ ਹੋ ਕੇ ਨਹੀਂ ਮੰਨਦੇ ਆਏ ਹੋਏ ਨੂੰ, ਤਾਂ ਸੱਚਮੁੱਚ ਉਹ ਪਰਮੇਸ਼ਰ ਦੇ ਵਿਰੋਧੀ ਹੈ, ਯਿਸੂ ਮਸੀਹ ਦੇ ਵਿਰੋਧੀ ਹੈ ਮੇਰੇ ਜੀਜੋ। ਅਸੀਂ ਪਰਖ ਕਰਨੀ ਹੈ। ਹਾਲੇਲੂਇਆ, ਇਸੇ ਤਰ੍ਹਾਂ ਅਸੀਂ ਪਰਮੇਸ਼ਰ ਦੇ ਵਚਨ ਚੋਂ ਦੇਖਾਂਗੇ। ਪਹਿਲਾ ਤੀਮੋਥੇਉਸ ਉਹਦਾ 3 ਬਾਬ ਉਹਦੀ ਅਸੀਂ ਦੇਖਾਂਗੇ 1 ਤੇ 2 ਐਤ ਲਿਖਿਆ ਪਰਮੇਸ਼ਰ ਦੇ ਵਚਨ 'ਚ ਲਿਖਿਆ, ਪਰ ਇਹ ਜਾਣ ਲਓ ਭਈ ਅੰਤ ਦੇ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ। ਹਾਲੇਲੂਇਆ, ਪਰਮੇਸ਼ਰ ਦੇ ਵਚਨ ਲਿਖਿਆ ਕਿ ਅੰਤ ਦੇ ਸਮੇਂ ਦੇ ਵਿੱਚ ਭੈੜੇ ਸਮੇਂ ਆ ਜਾਣਗੇ। ਮੇਰੇ ਜੀਜੋ, ਅੱਜ ਆਪਾਂ ਦੇਖ ਰਹੇ ਹਾਂ ਕਿ ਆਲ ਵਰਲਡ ਦੇ ਵਿੱਚ ਕਰੋਨਾ ਜਿਹੜਾ ਹੈ ਉਹ ਸਮਾਇਆ ਹੋਇਆ ਹੈ। ਹਰ ਜਗ੍ਹਾ ਦੇ ਉੱਪਰ ਕਰੋਨਾ ਜਿਹੜਾ ਹੈ ਉਹ ਬਿਮਾਰੀ ਜਿਹੜੀ ਫੈਲੀ ਹੋਈ ਹੈ। ਅੰਤ ਦੇ ਸਮੇਂ ਤੋਂ ਮੇਰੇ ਜੀਜੋ, ਇਹ ਅੰਤ ਦਾ ਸਮਾਂ ਹੈ। ਅੰਤ ਦੇ ਸਮੇਂ ਦੇ ਵਿੱਚ ਭੈੜੇ ਸਮੇਂ ਆ ਜਾਣਗੇ। ਹਾਲੇਲੂਇਆ, ਕਿਉਂ ਜੋ ਮਨੁੱਖ ਆਪ ਸਵਾਰਥੀ, ਮਾਇਆ ਦਾ ਲੋਭੀ, ਸ਼ੇਖੀਬਾਜ਼, ਹੰਕਾਰੀ, ਕੁਫਰ ਬਕਣ ਵਾਲੇ, ਮਾਪਿਆਂ ਦੇ ਅਣਆਗਿਆਕਾਰੀ, ਨਾ ਸ਼ੁਕਰੇ, ਅਪਵਿੱਤਰ। ਮੇਰੇ ਜੀਜੋ, ਜਦੋਂ ਅੰਤ ਦੇ ਸਮੇਂ ਦੇ ਵਿੱਚ ਭੈੜੇ ਸਮੇਂ ਆ ਜਾਣਗੇ ਤਾਂ ਲੋਕੀ ਜਿਹੜੇ ਆ ਫਿਰ ਕੀ ਹੋ ਜਾਣਗੇ? ਆਪ ਸਵਾਰਥੀ ਹੋ ਜਾਣਗੇ। ਹਾਲੇਲੂਇਆ, ਕਿਉਂਕਿ ਮਨੁੱਖ ਆਪ ਸਵਾਰਥੀ ਹੋ ਜਾਏਗਾ, ਮਾਇਆ ਦਾ ਲੋਭੀ, ਸ਼ੇਖੀਬਾਜ਼, ਹੰਕਾਰੀ, ਕੁਫਰ ਬਕਣ ਵਾਲੇ, ਮਾਪਿਆਂ ਦੀ ਅਣਆਗਿਆਕਾਰੀ, ਨਾ ਸ਼ੁਕਰੇ ਔਰ ਅਪਵਿੱਤਰ ਹੋ ਜਾਣਗੇ ਮੇਰੇ ਜੀਜੋ। ਹਾਲੇਲੂਇਆ, ਅੰਤ ਦੇ ਸਮੇਂ 'ਚ ਭੈੜੇ ਸਮੇਂ ਮੇਰੇ ਜੀਜੋ ਪਰਮੇਸ਼ਰ ਦੇ ਵਚਨ ਦੇ 'ਚ ਲਿਖਿਆ ਹੈ। ਤਾਂ ਭੈੜੇ ਸਮੇਂ ਆ ਰਹੇ ਆ। ਅੰਤ ਦੇ ਸਮੇਂ ਦੇ 'ਚ ਭੁਚਾਲ ਆ ਰਹੇ ਆ, ਬਿਮਾਰੀਆਂ ਜਿਹੜੀਆਂ ਫੈਲ ਰਹੀਆਂ ਹੈ ਔਰ ਹੋਰ ਬਹੁਤ ਸਾਰੇ ਕੰਮ ਜਿਹੜੇ ਆ ਇਸ ਆਲ ਵਰਲਡ ਦੇ ਵਿੱਚ ਹੋ ਰਹੇ ਆ, ਜਿਹੜੇ ਕਿ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਵੱਲੋਂ ਨਹੀਂ ਹੈ, ਪਰਮੇਸ਼ਰ ਦੇ ਵੱਲੋਂ ਨਹੀਂ ਹੈ ਮੇਰੇ ਜੀਜੋ। ਅਸੀਂ ਅੱਜ ਸਿੱਖਣਾ ਹੈ ਪਰਮੇਸ਼ਰ ਦੇ ਵਚਨ 'ਚੋਂ। ਅੰਤ ਦੇ ਦਿਨਾਂ 'ਚ ਭੈੜੇ ਸਮੇਂ ਆ ਜਾਣਗੇ, ਤਾਂ ਉਹ ਜਿਹੜੇ ਭੈੜੇ ਸਮੇਂ ਆ ਜਾਣਗੇ ਤਾਂ ਉਹਦੇ ਵਿੱਚ ਲੋਕ ਜਿਹੜੇ ਫਿਰ ਕੀ ਕਰਨਗੇ? ਹਾਲੇਲੂਇਆ, ਹਾਲੇਲੂਇਆ, ਮਨੁੱਖ ਆਪ ਸਵਾਰਥੀ ਹੋ ਜਾਏਗਾ, ਮਾਇਆ ਦਾ ਲੋਭੀ ਹੋ ਜਾਏਗਾ। ਬਹੁਤ ਸਾਰੇ ਲੋਕ ਜਿਹੜੇ ਮਾਇਆ ਦੇ ਲੋਭੀ ਹੋ ਜਾਣਗੇ, ਮਾਇਆ ਦੇ ਪਿੱਛੇ ਹੀ ਲੱਗੀ ਜਾਂਦੇ ਹੈ ਕਿ ਸਾਨੂੰ ਮਾਇਆ ਮਿਲ ਜਾਏ, ਸਾਨੂੰ ਧਨ ਮਿਲ ਜਾਏ, ਸਾਨੂੰ ਦੌਲਤ ਮਿਲ ਜਾਏ, ਉਹਦੇ ਪਿੱਛੇ ਹੀ ਲੱਗੇ ਹੋਏ ਆ ਮੇਰੇ ਜੀਜੋ। ਪਰਮੇਸ਼ਰ ਦਾ ਵਚਨ ਸਾਨੂੰ ਕਹਿੰਦਾ ਹੈ ਪਹਿਲਾਂ ਉਹਦੀ ਬਾਦਸ਼ਾਹ ਨੂੰ ਢੂੰਡੋ ਤਾਂ ਬਾਕੀ ਦੀਆਂ ਸਾਰੀਆਂ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲ ਜਾਣ। ਅੰਤ ਦੇ ਸਮੇਂ ਦੇ ਵਿੱਚ ਇਹ ਸਾਰਾ ਕੁਝ ਹੋਣਾ ਹੈ। ਮਾਇਆ ਦੇ ਲੋਭੀ, ਸ਼ੇਖੀਬਾਜ਼, ਸ਼ੇਖੀ ਮਾਰਨਗੇ ਆਪਣੇ ਆਪ ਨੂੰ, ਅਸੀਂ ਬਹੁਤ ਵੱਡੇ ਹਾਂ, ਸ਼ੇਖੀਆਂ ਮਾਰਨਗੇ। ਹਾਲੇਲੂਇਆ, ਅਣਆਗਿਆਕਾਰੀ, ਨਾ ਸ਼ੁਕਰੇ, ਪਰਮੇਸ਼ਰ ਦਾ ਸ਼ੁਕਰ ਨਹੀਂ ਕਰਨ ਵਾਲੇ ਲੋਕ ਵੀ ਹੋਣਗੇ। ਹਾਲੇਲੂਇਆ, ਨਾ ਸ਼ੁਕਰੇ ਜਿਹੜੇ ਪਰਮੇਸ਼ਰ ਸਾਨੂੰ ਹਰ ਚੀਜ਼ ਦਿੰਦਾ ਹੈ, ਪਰਮੇਸ਼ਰ ਸਾਨੂੰ ਸਾਹ ਦਿੰਦਾ ਹੈ, ਪਰਮੇਸ਼ਰ ਸਾਨੂੰ ਜਿਉਣ ਦੇ ਲਈ ਹਰ ਸਾਹ ਦਿੰਦਾ ਹੈ। ਦੇਖੋ ਆਕਸੀਜਨ, ਦੇਖੋ ਹਸਪਤਾਲਾਂ ਦੇ ਵਿੱਚ ਆਕਸੀਜਨ ਜਿਹੜੀ ਆ ਉਹ ਖਤਮ ਹੋ ਗਈ ਹੈ। ਜਦੋਂ ਲੋਕ ਬਿਮਾਰ ਹੈ ਉਹਨਾਂ ਨੂੰ ਆਕਸੀਜਨ ਦੀ ਲੋੜ ਹੈ, ਪਰ ਪਰਮੇਸ਼ਰ ਨੇ ਸਾਨੂੰ ਜਿਹੜੀ ਆ ਆਕਸੀਜਨ ਜਿਹੜੀ ਫ੍ਰੀ ਦੇ ਵਿੱਚ ਦਿੱਤੀ ਹੋਈ ਹੈ। ਹਾਲੇਲੂਇਆ, ਪਰਮੇਸ਼ਰ ਨੇ ਸਾਨੂੰ ਆਕਸੀਜਨ ਫ੍ਰੀ ਦੇ ਵਿੱਚ ਦਿੱਤੀ ਹੋਈ ਹੈ। ਜੇਕਰ ਪਰਮੇਸ਼ਰ ਉਹ ਆਕਸੀਜਨ ਸਾਨੂੰ ਨਾ ਮਿਲੇ ਤਾਂ ਅਸੀਂ ਕੀ ਮਰ ਜਾਵਾਂਗੇ ਮੇਰੇ ਜੀਜਾ। ਪਰ ਪਰਮੇਸ਼ਰ ਦਾ ਵਚਨ ਸਾਨੂੰ ਨਾ ਸ਼ੁਕਰੇ ਨਹੀਂ ਹੋਣਾ ਚਾਹੀਦਾ, ਸਾਨੂੰ ਸ਼ੁਕਰਗੁਜ਼ਾਰ ਕਰਨਾ ਚਾਹੀਦਾ ਪਰਮੇਸ਼ਰ ਦਾ। ਹਾਲੇਲੂਇਆ, ਹਮੇਸ਼ਾ ਸ਼ੁਕਰਗੁਜ਼ਾਰ ਕਰਨਾ ਵੀ ਪਰਮੇਸ਼ਰ ਜੋ ਕੁਝ ਵੀ ਤੂੰ ਸਾਨੂੰ ਦਿੱਤਾ ਹੈ ਅਸੀਂ ਤੇਰਾ ਸ਼ੁਕਰ ਕਰਦੇ, ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਪਰਮੇਸ਼ਰ ਦੇ ਵਿੱਚ ਹੋ ਕੇ ਸਾਨੂੰ ਹਮੇਸ਼ਾ ਪਰਮੇਸ਼ਰ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਹਾਲੇਲੂਇਆ, ਪਵਿੱਤਰ ਜਿਹੜੇ ਲੋਕ ਜਿਹੜੇ ਆ ਪਵਿੱਤਰ ਹੋ ਜਾਣਗੇ। ਹਾਲੇਲੂਇਆ, ਉਹ ਪਾਪ ਤੇ ਪਾਪ ਕਰੀ ਜਾਣਗੇ। ਹਾਲੇਲੂਇਆ, ਅੰਤ ਦੇ ਸਮੇਂ ਦੇ ਵਿੱਚ ਭੈੜੇ ਸਮੇਂ ਆ ਜਾਣਗੇ। ਹਾਲੇਲੂਇਆ, ਪਵਿੱਤਰ, ਹਾਲੇਲੂਇਆ, ਉਹ ਭੈੜੇ ਕੰਮ, ਬੁਰੇ ਕੰਮਾਂ ਦੇ ਪਾਸ ਜਾਣਗੇ। ਹਾਲੇਲੂਇਆ, ਅਪਵਿੱਤਰ ਹੋ ਜਾਣਗੇ। ਹਾਲੇਲੂਇਆ, ਨਿਰਭੋ, ਪੱਥਰ ਦਿਲ, ਉਹਨਾਂ ਦਾ ਦਿਲ ਜਿਹੜਾ ਪੱਥਰ ਹੋ ਜਾਏਗਾ ਮੇਰੇ ਜੀਜੋ। ਇੰਨੇ ਲੋਕ ਜਿਹੜੇ ਆ ਬਿਮਾਰੀਆਂ 'ਚ ਫਸ ਰਹੇ ਆ, ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਨਾਮ ਦੇ ਸਾਨੂੰ ਹਰ ਇੱਕ ਦੇ ਲਈ ਦੁਆ ਕਰਨੀ ਚਾਹੀਦੀ ਹੈ, ਭਲਾ ਕਰਨਾ ਚਾਹੀਦਾ। ਜੋ ਹੋ ਸਕੇ ਤਾਂ ਅਸੀਂ ਉਹਨਾਂ ਦੀ ਜਿਹੜੀ ਹੈਲਪ ਵੀ ਸਾਨੂੰ ਕਰਨੀ ਚਾਹੀਦੀ ਹੈ। ਹਾਲੇਲੂਇਆ, ਤਾਂ ਫਿਰ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਕਹਿੰਦੇ ਆ ਕਿ ਤੁਸੀਂ ਮੇਰੇ
ਗਵਾਹ ਹੋ, ਤੁਸੀਂ ਮੇਰੇ ਨਾਲ ਚੱਲਦੇ ਹੋ ਮੇਰੇ। ਜੇ ਇਹਨਾਂ ਗੱਲਾਂ ਨੂੰ ਅਸੀਂ ਨਹੀਂ ਮੰਨਦੇ ਤਾਂ ਫਿਰ ਅਸੀਂ ਪਰਮੇਸ਼ਰ ਦੇ ਵਿਰੋਧੀ ਹਾਂ ਮੇਰੇ ਜੀ। ਹਾਲੇਲੂਇਆ। ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਕੜੜੇ, ਨੇਕੀ ਦੇ ਵੈਰੀ, ਹਾਲੇ ਨਮਕ ਹਰਾਮ, ਕਾਲੇ, ਘਮੰਡੀ। ਘਮੰਡ ਸਾਡੇ ਵਿੱਚ ਆ ਜਾਏਗਾ ਕਿ ਮੇਰੇ ਕੋਲ ਆਹ ਚੀਜ਼ਾਂ, ਮੇਰੇ ਕੋਲ ਆਹ ਚੀਜ਼ਾਂ, ਮੇਰੇ ਕੋਲ ਘਰ ਆ, ਮੇਰੇ ਕੋਲ ਬਾਹਰ ਆ, ਮੇਰੇ ਕੋਲ ਇੰਨੇ ਘਰ ਆ। ਉਹ ਘਮੰਡ ਕਰਨਗੇ ਮੇਰੇ ਚੀਜ਼ੋਂ, ਕਿਉਂਕਿ ਪਰਮੇਸ਼ਰ ਜਿਹੜਾ ਘਮੰਡ ਪਸੰਦ ਨਹੀਂ ਕਰਦਾ ਮੇਰੇ ਚੀਜ਼ੋਂ। ਜੋ ਕੁਛ ਵੀ ਤੁਹਾਨੂੰ ਪਰਮੇਸ਼ਰ ਨੇ ਦਿੱਤਾ ਉਸ ਹਾਲ ਦੇ ਵਿੱਚ ਰਹੋ ਔਰ ਪਰਮੇਸ਼ਰ ਦਾ ਧੰਨਵਾਦ ਕਰੋ, ਤਾਂ ਪਰਮੇਸ਼ਰ ਤੁਹਾਡੇ ਨਾਲ ਹੈ, ਹਮੇਸ਼ਾ ਤੁਹਾਡੇ ਨਾਲ ਹੈ ਮੇਰੇ ਚੀਜ਼ੋਂ। ਹਾਲੇਲੂਇਆ। ਘਮੰਡੀ ਪਰਮੇਸ਼ਰ ਦੇ ਨਹੀਂ ਸਗੋਂ ਭੋਗ ਬਲਾਸਾਂ ਦੇ ਪ੍ਰੇਮੀ ਹੋਣਗੇ, ਸਗੋਂ ਭੋਗ ਬਲਾਸਾਂ ਦੇ ਪ੍ਰੇਮੀ ਹੋਣਗੇ ਮੇਰੇ ਜੀਜੋ। ਗਲਤ ਕੰਮਾਂ ਦੇ ਵਿੱਚ ਫਸ ਜਾਣਗੇ। ਭਗਤੀ ਦਾ ਰੂਪ ਧਾਰ ਕੇ ਵੀ ਉਹ ਉਹਦੀ ਸ਼ਕਤੀ ਦੇ ਇਨਕਾਰੀ ਹੋਣ। ਭਗਤੀ ਦਾ ਰੂਪ ਧਾਰ ਕੇ ਵੀ ਉਸ ਦੀ ਸ਼ਕਤੀ ਦੇ ਇਨਕਾਰੀ ਹੋਣਗੇ। ਭਗਤ ਵੀ ਹੋਣਗੇ, ਪਰਮੇਸ਼ਰ ਦੇ ਨਾਲ ਵੀ ਚੱਲਦੇ ਹੋਣਗੇ, ਪਰ ਫਿਰ ਵੀ ਜਿਹੜੇ ਆ ਲਿਖਿਆ ਕਿ ਉਹ ਉਹਦੀ ਸ਼ਕਤੀ ਦੇ ਇਨਕਾਰ ਕਰਨਗੇ। ਹਾਲੇਲੂਇਆ। ਹਾਲੇਲੂਇਆ। ਤੂੰ ਇਹਨਾਂ ਤੋਂ ਪਰੇ ਰਹੋ, ਇਹਨਾਂ ਗੱਲਾਂ ਤੋਂ ਤੂੰ ਪਰੇ ਰਹੋ ਮੇਰੇ ਚੀਜ਼ੋ। ਪਰਮੇਸ਼ਰ ਦਾ ਵਚਨ ਸਾਨੂੰ ਕਹਿੰਦਾ ਕਿ ਇਹਨਾਂ ਗੱਲਾਂ ਤੋਂ ਅਸੀਂ ਪਰੇ ਰਹਿਣਾ ਹੈ। ਜੋ ਵੀ ਮੈਂ ਤੁਹਾਨੂੰ ਪਰਮੇਸ਼ਰ ਦੇ ਵਚਨ ਚੋਂ ਪੜ੍ਹ ਕੇ ਸੁਣਾਇਆ ਹੈ, ਇਹ ਤੋਂ ਅਸੀਂ ਕੀ ਕਰਨਾ ਹੈ? ਪਰੇ ਰਹਿਣਾ ਮੇਰੇ ਜੀਜੋ। ਜੇ ਅਸੀਂ ਇਹਨਾਂ ਦੇ ਵਿੱਚ ਹੀ ਫਸੇ ਰਹੇ ਤਾਂ ਸਾਡੀ ਜ਼ਿੰਦਗੀ ਜਿਹੜੀ ਆ ਉਹ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਨਾਲ ਨਹੀਂ ਬੀਤੇਗੀ। ਹਾਲੇਲੂਇਆ। ਪਰਮੇਸ਼ਰ ਕਹਿੰਦਾ ਸਾਨੂੰ ਹਰ ਇੱਕ ਦਾ ਭਲਾ ਕਰਨਾ ਚਾਹੀਦਾ, ਹਰ ਇੱਕ ਦੀ ਸਾਨੂੰ ਸਾਰ ਲੈਣੀ ਚਾਹੀਦੀ ਹੈ। ਹਾਲੇਲੂਇਆ। ਹਰ ਇੱਕ ਦੇ ਨਾਲ ਪਿਆਰ ਮੁਹੱਬਤ ਕਰਨਾ ਚਾਹੀਦਾ ਹੈ ਔਰ ਪਰਮੇਸ਼ਰ ਦਾ ਵਚਨ ਸਾਨੂੰ ਇਹੀ ਦੱਸਦਾ ਹੈ। ਹਾਲੇਲੂਇਆ। ਕਿਉਂਕਿ ਪ੍ਰਭੂਆਂ ਦਾ ਪ੍ਰਭੂ, ਰਾਜਾਂ ਦਾ ਰਾਜਾ ਲਿਖਿਆ ਪਰਮੇਸ਼ਰ ਦੇ ਵਚਨ ਦੇ ਵਿੱਚ, ਅੰਤ ਦੇ ਸਮੇਂ ਦੇ ਵਿੱਚ ਭੈੜੇ ਸਮੇਂ ਆ ਜਾਣਗੇ। ਹਾਲੇਲੂਇਆ। ਹਾਲੇਲੂਇਆ। ਔਰ ਖੁਦਾ ਦਾ ਸ਼ੁਕਰਗੁਜ਼ਾਰ ਕਰਦੇ, ਉਹਦਾ ਧੰਨਵਾਦ ਕਰਦੇ। ਇੱਕ ਹੋਰ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਦੇ ਹਾਂ, ਦੂਸਰਾ ਕੁਰਿੰਥੀਆਂ। ਹਾਲੇਲੂਇਆ। ਓ ਥੈਂਕ ਯੂ ਜੀ। ਦੂਸਰਾ ਕੁਰਿੰਥੀਆਂ ਉਹਦਾ 2:17 ਪਰਮੇਸ਼ਰ ਦੇ ਵਚਨ ਚੋਂ ਦੇਖਦੇ ਹਾਂ। ਹਾਲੇ 2:17 ਪਰਮੇਸ਼ਰ ਦੇ ਵਚਨ 'ਚ ਲਿਖਿਆ, ਅਸੀਂ ਤਾਂ ਬਾਲਿਆਂ ਦੀ ਨਿਆਈ ਪਰਮੇਸ਼ਰ ਦੀ ਬਾਣੀ ਵਿੱਚ ਮਿਲਾਵਟ ਨਹੀਂ ਕਰਦੇ। ਹਾਲੇਲੂਇਆ। ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਅਸੀਂ ਬਾਲਿਆਂ ਦੀ ਨਿਆਈ ਪਰਮੇਸ਼ਰ ਦੀ ਬਾਣੀ ਵਿੱਚ ਮਿਲਾਵਟ ਨਹੀਂ ਕਰਦੇ ਮੇਰੇ ਜੀ। ਬਹੁਤ ਸਾਰੇ ਲੋਕ ਜਿਹੜੇ ਪਰਮੇਸ਼ਰ ਦੇ ਵਚਨ ਤੋਂ ਬਾਹਰ ਜਾ ਕੇ ਕਈ ਤਰ੍ਹਾਂ ਦੀਆਂ ਚੀਜ਼ਾਂ, ਮਿਲਾਵਟ ਜਿਹੜੀ ਆ ਉਹ ਕਰਨੀ ਸ਼ੁਰੂ ਕਰ ਦਿੰਦੇ ਆ। ਹਾਲੇਲੂਇਆ। ਪਰ ਪਰਮੇਸ਼ਰ ਦਾ ਵਚਨ, ਜਿਹੜੇ ਪਰਮੇਸ਼ਰ ਦੇ ਦਾਸ ਜਿਹੜੇ ਆ ਕੁਰਿੰਥੀਆਂ ਨੂੰ ਦੱਸ ਰਿਹਾ ਕਿ ਅਸੀਂ ਜਿਹੜਾ ਆ ਪਰਮੇਸ਼ਰ ਦੀ ਬਾਣੀ ਵਿੱਚ ਮਿਲਾਵਟ ਨਹੀਂ ਕਰਦੇ ਮੇਰੇ ਜੀ। ਸਾਫ਼ ਸੁਥਰੀ ਬਾਣੀ ਜਿਹੜੀ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੈ, ਉਹ ਪਰਮੇਸ਼ਰ ਦਾ ਵਚਨ ਜਿਹੜਾ ਆ ਸਾਨੂੰ ਦੱਸਣਾ ਚਾਹੀਦਾ, ਸੁਣਾਉਣਾ ਚਾਹੀਦਾ। ਪਰਮੇਸ਼ਰ ਦੇ ਲੋਕਾਂ ਦੇ ਲਈ, ਉਹਨਾਂ ਦੀ ਬਿਹਤਰੀ ਦੇ ਲਈ ਸਾਨੂੰ ਪਰਮੇਸ਼ਰ ਦਾ ਵਚਨ, ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੱਸਣਾ ਚਾਹੀਦਾ ਹੈ, ਨਾ ਕਿ ਅਸੀਂ ਪਰਮੇਸ਼ਰ ਦੇ ਵਚਨ ਤੋਂ ਬਾਹਰ ਜਾਣਾ ਹੈ। ਹਾਲੇਲੂਇਆ। ਅਸੀਂ ਮਿਲਾਵਟ ਨਹੀਂ ਕਰਦੇ, ਪਰ ਨਿਸਪੱਖਤਾ ਨਾਲ ਪਰਮੇਸ਼ਰ ਦੀ ਵੱਲੋਂ ਪਰਮੇਸ਼ਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਹਾਂ। ਹਾਲੇਲੂਇਆ। ਹਾਲੇਲੂਇਆ। ਬਿਨਾ ਪਾਪ ਤੋਂ, ਬਿਨਾ ਨਿਸਪੱਖਤਾ ਤੋਂ ਬਿਨਾ ਅਸੀਂ ਕੀਆ। ਹਾਲੇਲੂਇਆ। ਪਰਮੇਸ਼ਰ ਦੀ ਵੱਲੋਂ ਪਰਮੇਸ਼ਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ, ਮਸੀਹ ਵਿੱਚ ਹੋ ਕੇ ਬੋਲਦੇ। ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਪੁੱਤਰ ਆਤਮਾ ਦੇ ਦੁਆਰਾ ਅਸੀਂ ਬੋਲਦੇ ਹਾਂ। ਹਾਲੇਲੂਇਆ। ਲਿਖਿਆ ਕਿ ਅਸੀਂ ਬਾਣੀ ਦੇ ਵਿੱਚ ਮਿਲਾਵਟ ਨਹੀਂ ਕਰਦੇ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜੇ ਹੈ ਉਹ ਕੀ ਆ? ਸੱਚਾਈ ਨੂੰ ਪਸੰਦ ਕਰਦੇ ਹੈ। ਜੋ ਪਰਮੇਸ਼ਰ ਦੇ ਵਚਨ ਦੇ ਵਿੱਚ ਸੱਚਾਈ ਲਿਖੀ ਹੋਈ ਆ, ਉਹਨੂੰ ਅਸੀਂ ਯਾਦ ਕਰਨਾ ਹੈ। ਪਰਮੇਸ਼ਰ ਦੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਲਫ਼ਜ਼ ਦੇ ਪੁੱਤਰ ਆਤਮਾ ਦੇ ਨਾਲ ਲਿਖੇ ਹੋਏ ਬਾਣੀ ਜਿਹੜੀ ਹੈ ਪਰਮੇਸ਼ਰ ਦੇ ਦਾਸਾਂ ਦੇ ਦੁਆਰਾ, ਔਰ ਪਰਮੇਸ਼ਰ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ। ਸਾਨੂੰ ਪਰਮੇਸ਼ਰ ਦੇ ਵਚਨ ਦੇ ਵਿੱਚ ਰਹਿ ਕੇ ਪਰਮੇਸ਼ਰ ਦੀ ਗੱਲਬਾਤ ਕਰਨੀ ਚਾਹੀਦੀ ਹੈ। ਹਾਲੇਲੂਇਆ। ਔਰ ਪਰਮੇਸ਼ਰ ਦਾ ਸ਼ੁਕਰ ਕਰਦੇ। ਇਸ ਤੋਂ ਬਾਅਦ ਅਸੀਂ ਇੱਕ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਹੋਰ ਵੀ ਦੇਖਾਂਗੇ, ਮਤੀ ਦੀ ਅੰਜੀਲ। ਹਾਲੇਲੂਇਆ। ਮਤੀ ਦੀ ਅੰਜੀਲ ਉਹਦਾ 15 ਬਾਬ ਦੀ 12 ਤੇ 15 ਆਇਤ ਦੇਖਾਂਗੇ ਪਰਮੇਸ਼ਰ ਦੇ ਵਚਨ ਦੇ ਵਿੱਚੋਂ। ਹਾਲੇਲੂਇਆ। ਮਤੀ ਦੀ ਅੰਜੀਲ ਉਹਦਾ 15 ਬਾਬ ਉਹਦੀ 12 ਆਇਤ ਦੇਖਾਂਗੇ। ਤਾਂ ਚੇਲਿਆਂ ਨੇ ਨੇੜੇ ਆਣ ਕੇ ਉਹਨਾਂ ਨੂੰ ਆਖਿਆ, ਭਲਾ ਤੈਨੂੰ ਮਾਲੂਮ ਹੈ ਜੋ ਫਰਾਸੀਸੀਆਂ ਨੇ ਇਹ ਗੱਲ ਸੁਣ ਕੇ ਠੋਕਰ ਖਾਧੀ। ਹਾਲੇਲੂਇਆ। ਜਦੋਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਪਰਮੇਸ਼ਰ ਦਾ ਵਚਨ ਸੁਣਾ ਰਹੇ ਸੀ ਤੇ ਜਿਹੜੇ ਫਰਾਸੀ ਸੀਗੇ ਉਹਨਾਂ ਨੇ ਕੰਪਲੇਂਟ ਕੀਤੀ। ਉਹਨਾਂ ਨੇ ਕਿਹਾ ਕਿ ਜਿਹੜੇ ਤੇਰੇ ਚੇਲੇ ਉਹ ਹੱਥ ਧੋ ਕੇ ਖਾਣਾ ਨਹੀਂ ਖਾਂਦੇ ਹੈ, ਬਿਨਾਂ ਹੱਥ ਧੋਤੇ ਹੀ ਖਾਣਾ ਖਾਂਦੇ ਹੈ। ਹਾਲੇਲੂਇਆ। ਇਹਦੀ ਆਪਾਂ 2 ਆਇਤ ਪਹਿਲਾਂ ਦੇਖਦੇ। ਪਰਮੇਸ਼ਰ ਲਿਖਿਆ, ਤੇਰੇ ਚੇਲੇ ਵੱਡਿਆਂ ਦੀ ਰੀਤ ਨੂੰ ਕਿਉਂ ਉਲੰਘਣ ਕਰਦੇ ਹਨ ਕਿ ਰੋਟੀ ਖਾਣ ਦੇ ਵੇਲੇ ਹੱਥ ਨਹੀਂ ਧੋਂਦੇ। ਤੇਰੇ ਚੇਲੇ ਜਿਹੜੇ ਵੱਡਿਆਂ ਦੀ ਰੀਤ ਨੂੰ ਕਿਉਂ ਉਹਨਾਂ ਨੂੰ ਨਹੀਂ ਮੰਨਦੇ, ਉਲੰਘਣਾ ਕਰਦੇ ਹੈ, ਉਹ ਹੱਥ ਧੋ ਕੇ ਰੋਟੀ ਨਹੀਂ ਖਾਂਦੇ ਹੈ।
ਪਰ ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਤੁਸੀਂ ਵੀ ਕਿਉਂ ਆਪਣੀ ਰੀਤ ਨਾਲ ਪਰਮੇਸ਼ਰ ਦੇ ਹੁਕਮਾਂ ਦੀ ਉਲੰਘਣਾ ਕਰਦੇ। ਕਹਿੰਦੇ ਫਿਰ ਤੁਸੀਂ ਆਪਣੀ ਰੀਤ ਦੇ ਅਨੁਸਾਰ ਪਰਮੇਸ਼ਰ ਦੇ ਹੁਕਮਾਂ ਦੀ ਉਲੰਘਣਾ ਕਿਉਂ ਕਰਦੇ ਆ। ਹਾਲੇ ਤੁਸੀਂ ਵੀ ਮੈਨੂੰ ਦੱਸੋ। ਪਰਮੇਸ਼ਰ ਪ੍ਰਭੂ ਯਿਸੂ ਮਸੀਹ ਖੁਦ ਫਰਾਂਸਿਸ ਨੂੰ ਕਹਿੰਦੇ ਆ ਕਿ ਤੁਸੀਂ ਵੀ ਆਪਣੀ ਰੀਤ ਦੇ ਨਾਲ ਪਰਮੇਸ਼ਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਆ ਮੇਰੇ ਜੀਜੋ। ਹਾਲੇਲੂਇਆ। ਲਿਖਿਆ ਪਰਮੇਸ਼ਰ ਦੇ ਵਚਨ 'ਚ ਲਿਖਿਆ ਅੱਗੇ, ਕਿਉਂਕਿ ਪਰਮੇਸ਼ਰ ਦਾ ਵਚਨ ਸਾਨੂੰ ਕਹਿੰਦਾ ਹੈ ਕਿ ਜਦੋਂ ਅਸੀਂ ਇਹਦੀ 12 ਦੇਖਦੇ ਹਾਂ, ਚੇਲਿਆਂ ਨੇ ਨੇੜੇ ਆਣ ਕੇ ਉਹਨਾਂ ਨੂੰ ਆਖਿਆ, ਭਲਾ ਤੈਨੂੰ ਮਾਲੂਮ ਹੈ ਜੋ ਫਰਾਂਸੀਸੀਆਂ ਨੇ ਇਹ ਗੱਲ ਸੁਣ ਕੇ ਠੋਕਰ ਖਾਧੀ ਹੈ। ਉਹਨਾਂ ਨੇ ਕਿ ਇਹ ਗੱਲ ਸੁਣ ਕੇ ਜਿਹੜੀ ਆ ਠੋਕਰ ਖਾਧੀ ਹੈ ਫਰਾਂਸੀਸੀਆਂ ਨੇ। ਪਰਮੇਸ਼ਰ ਦੇ ਚੇਲੇ ਪ੍ਰਭੂ ਯਿਸੂ ਮਸੀਹ ਦੇ ਚੇਲੇ ਕਹਿੰਦੇ ਹੈ। ਤਾਂ ਅੱਗੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਕੀ ਕਹਿੰਦੇ ਆ, ਲਿਖਿਆ ਉਹਨੇ ਉੱਤਰ ਦਿੱਤਾ, ਭਈ ਹਰੇਕ ਬੂਟਾ ਜੋ ਮੇਰੇ ਸਵਰਗੀ ਪਿਤਾ ਨੇ ਨਹੀਂ ਲਾਇਆ ਸੋ ਜੜੋਂ ਪੁੱਟਿਆ ਜਾਵੇਗਾ। ਹਾਲੇਲੂਇਆ। ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਲਿਖਿਆ ਕਿ ਜਿਹੜਾ ਬੂਟਾ ਮੇਰੇ ਸਵਰਗੀ ਪਿਤਾ ਨੇ ਨਹੀਂ ਲਾਇਆ ਹੈ ਉਹਨੂੰ ਪੁੱਟਿਆ ਜਾਵੇਗਾ। ਹਾਲੇਲੂਇਆ। ਉਹਨੂੰ ਕੀ ਕੀਤਾ ਜਾਵੇਗਾ? ਪੁੱਟਿਆ ਜਾਵੇਗਾ। ਕਿਉਂਕਿ ਜੋ ਪਰਮੇਸ਼ਰ ਦੇ ਵਚਨਾਂ ਨੂੰ ਨਹੀਂ ਮੰਨਦੇ, ਜੋ ਪਰਮੇਸ਼ਰ ਦੇ ਵਚਨ ਦੇ ਮੁਤਾਬਕ ਨਹੀਂ ਚੱਲਦੇ ਹੈ, ਤਾਂ ਮੇਰੇ ਜੋ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ, ਲਿਖਿਆ ਹੈ ਕਿ ਉਹ ਬੂਟਾ ਜਿਹੜਾ ਉਹ ਪੁੱਟਿਆ ਜਾਵੇਗਾ। ਉਹਨਾਂ ਨੂੰ ਜਾਣ ਦਿਓ। ਲਿਖਿਆ ਪਰਮੇਸ਼ਰ ਪ੍ਰਭੂ ਯਿਸੂ ਨੇ ਉਹਨਾਂ ਫਰਾਂਸੀਸੀਆਂ ਨੂੰ ਜਾਣ ਦਿਓ, ਕਿਉਂਕਿ ਉਹ ਪਰਮੇਸ਼ਰ ਦੀ ਬਾਣੀ ਨਹੀਂ ਜਾਣਦੇ, ਪਰਮੇਸ਼ਰ ਦਾ ਵਚਨ ਨਹੀਂ ਜਾਣਦੇ। ਉਹ ਆਪਣੀ ਰੀਤ, ਦੂਸਰਿਆਂ ਦੀ ਰੀਤ ਨੂੰ ਤਾਂ ਦੱਸੀ ਜਾਂਦੇ ਕਿ ਹੱਥ ਧੋ ਕੇ ਰੋਟੀ ਖਾਣੀ ਹੈ, ਪਰ ਉਹ ਆਪਣੀ ਰੀਤ ਦੇ ਅਨੁਸਾਰ ਪਰਮੇਸ਼ਰ ਦੇ ਹੁਕਮਾਂ ਨੂੰ ਨਹੀਂ ਮੰਨਦੇ। ਮੇਰੇ ਜੀਜੋ, ਜਿਹੜੇ ਪਰਮੇਸ਼ਰ ਦੇ ਹੁਕਮਾਂ ਨੂੰ ਨਹੀਂ ਮੰਨਦੇ ਹੈ, ਤਾਂ ਮੇਰੇ ਜੀਜੋ ਉਹ ਪਰਮੇਸ਼ਰ ਦੇ ਲੋਕ ਨਹੀਂ ਹੈ। ਮੇਰੇ ਜੀ, ਜੇ ਪਰਮੇਸ਼ਰ ਦੇ ਹੁਕਮਾਂ ਨੂੰ ਅਸੀਂ ਮੰਨਾਂਗੇ ਤਾਂ ਸੱਚਮੁੱਚ ਪਰਮੇਸ਼ਰ ਦੇ ਲੋਕ ਹਾਂ। ਅੱਗੇ ਲਿਖਿਆ ਪਰਮੇਸ਼ਰ ਦੇ ਵਚਨ 'ਚ ਲਿਖਿਆ, ਅੰਨੇ ਦਾ ਆਗੂ ਹੋਵੇ ਤਾਂ ਦੋਵੇਂ ਹੀ ਟੋਏ ਵਿੱਚ ਡਿੱਗਣਗੇ। ਅੰਨੇ ਦਾ ਆਗੂ ਹੋਵੇ ਤਾਂ ਦੋਨੇ ਟੋਏ ਦੇ ਵਿੱਚ ਡਿੱਗ ਜਾਣਗੇ। ਹਾਲੇਲੂਇਆ। ਮੇਰੇ ਜੀਜੋ, ਜੇ ਅੰਨੇ ਨੂੰ ਦਾ ਆਗੂ ਹੋਵੇ ਤਾਂ ਉਹ ਕਿੱਦਾਂ ਮਤਲਬ ਇੱਕ ਦੂਜੇ ਨੂੰ ਪਾਰ ਲਗਾ ਸਕਦੇ ਆ, ਕਿੱਦਾਂ? ਉਹ ਦੋਨੇ ਡਿੱਗਣਗੇ ਟੋਏ ਦੇ ਵਿੱਚ। ਹਾਲੇਲੂਇਆ। ਜੇ ਇੱਕ ਸਜਾਖਾ ਹੋਵੇ ਤਾਂ ਦੂਜੇ ਅੰਨੇ ਨੂੰ ਲੈ ਕੇ ਜਾਏਗਾ ਤਾਂ ਉਹਨੂੰ ਪਾਰ ਲਗਾ ਦੇਗਾ। ਕਹਿਣ ਦਾ ਮਤਲਬ ਹੈ ਕਿ ਜੇ ਇੱਕ ਬੰਦਾ ਚੰਗਾ ਹੋਏਗਾ, ਪਰਮੇਸ਼ਰ ਦੇ ਨਾਲ ਚੱਲਦਾ, ਪਰਮੇਸ਼ਰ ਦੇ ਹੁਕਮਾਂ ਦੇ ਉੱਪਰ ਚੱਲਦਾ ਹੋਏਗਾ, ਤਾਂ ਦੂਸਰੇ ਨੂੰ ਵੀ ਬਚਾ ਸਕਦਾ। ਮੇਰੇ ਜੀ, ਹਾਲੇਲੂਇਆ। ਲਿਖਿਆ, ਤਦ ਪਤਰਸ ਨੇ ਅੱਗੋਂ ਉਹਨੂੰ ਆਖਿਆ, ਜੋ ਇਸ ਦ੍ਰਿਸ਼ਟਾਂਤ ਦਾ ਅਰਥ ਸਾਨੂੰ ਦੱਸੇ। ਫਿਰ ਉਸ ਤੋਂ ਬਾਅਦ ਇਹ ਸਾਰੀ ਗੱਲਬਾਤ ਤੋਂ ਬਾਅਦ ਪਤਰਸ ਨੇ ਉਹਨਾਂ ਨੂੰ ਕਿਹਾ ਕਿ ਸਾਨੂੰ ਇਸ ਦ੍ਰਿਸ਼ਟਾਂਤ ਦਾ ਅਰਥ ਦੱਸੋ, ਸਾਨੂੰ ਪਤਾ ਨਹੀਂ ਹੈ ਇਸ ਦਾ ਅਰਥ ਕੀ ਹੈ। ਹਾਲੇਲੂਇਆ। ਫਿਰ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਦੱਸਦੇ ਆ। ਉਹਨਾਂ ਨੇ ਕਿਹਾ, ਭਲਾ ਤੁਸੀਂ ਵੀ ਅਜੇ ਨਿਰਬੁੱਧ ਹੋ। ਉਹਨਾਂ ਨੇ ਕਿਹਾ ਕਿ ਤੁਸੀਂ ਹਲੇ ਨਿਰਬੁੱਧ ਹੋ, ਤੁਸੀਂ ਮੇਰੇ ਨਾਲ ਰਹਿੰਦੇ ਹੋ, ਤੁਹਾਨੂੰ ਸਭ ਕੁਝ ਪਤਾ ਹੈ, ਤੁਸੀਂ ਦੇਖਦੇ ਹੋ ਸਭ ਕੁਝ, ਹਲੇ ਵੀ ਤੁਸੀਂ ਨਿਰਬੁੱਧ ਹੋ। ਹਾਲੇਲੂਇਆ। ਕੀ ਤੁਸੀਂ ਨਹੀਂ ਸਮਝਦੇ ਪਈ ਸਭ ਕੁਝ ਜੋ ਮੂੰਹ ਵਿੱਚ ਜਾਂਦਾ ਹੈ ਸੋ ਢਿੱਡ ਵਿੱਚ ਪੈਂਦਾ ਹੈ। ਜੋ ਮੂੰਹ ਵਿੱਚੋਂ ਦੀ ਜਾਂਦਾ ਹੈ ਉਹ ਸਾਰਾ ਢਿੱਡ ਦੇ ਵਿੱਚ ਜਾਂਦਾ ਹੈ। ਹਾਲੇਲੂਇਆ। ਪੈਂਦਾ ਹੈ ਅਤੇ ਬਾਹਰ ਸੈਦਖਾਨੇ ਵਿੱਚ ਛੁੱਟਿਆ ਜਾਂਦਾ। ਤੇ ਫਿਰ ਉਹ ਜੋ ਢਿੱਡ ਵਿੱਚ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਕੀ ਆ, ਬਾਹਰ ਸੈਦਖਾਨੇ ਦੇ ਛੁੱਟਿਆ ਜਾਂਦਾ ਹੈ। ਪਰ ਜਿਹੜੀਆਂ ਗੱਲਾਂ ਮੂੰਹੋਂ ਨਿਕਲਦੀਆਂ ਹਨ ਉਹ ਦਿਲ ਵਿੱਚੋਂ ਆਉਂਦੀਆਂ। ਜਿਹੜੀਆਂ ਗੱਲਾਂ ਮੂੰਹ ਦੇ ਵਿੱਚੋਂ ਨਿਕਲਦੀਆਂ ਉਹ ਦਿਲ ਵਿੱਚੋਂ ਆਉਂਦੀਆਂ। ਮੇਰੇ ਜੋ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ, ਪਰਮੇਸ਼ਰ ਪ੍ਰਭੂ ਯਿਸੂ ਮਸੀਹ ਖੁਦ ਇੱਥੇ ਆਪਣੇ ਚੇਲੇ ਪਤਰਸ ਨੂੰ ਕਹਿ ਰਿਹਾ ਹੈ ਕਿ ਜਿਹੜਾ ਅਸੀਂ ਢਿੱਡ ਵਿੱਚ ਜਿਹੜਾ ਜਾਂਦਾ ਹੋ ਤੁਹਾਨੂੰ ਦੂਸਰੇ ਸੈਦਖਾਨੇ 'ਚ ਸਿੱਟ ਦਿੱਤਾ ਜਾਂਦਾ। ਜਿਹੜੀਆਂ ਗੱਲਾਂ ਮੂੰਹ ਦੇ ਵਿੱਚੋਂ ਨਿਕਲਦੀਆਂ ਹੈ, ਹਾਲੇਲੂਇਆ, ਜਿਹੜੀਆਂ ਗੱਲਾਂ ਮੂੰਹ ਦੇ ਵਿੱਚੋਂ ਨਿਕਲਦੀਆਂ ਹੈ ਉਹ ਦਿਲ ਵਿੱਚੋਂ ਨਿਕਲਦੀਆਂ, ਹਾਲੇਲੂਇਆ, ਆਉਂਦੀਆਂ ਹਨ, ਦਿਲ ਵਿੱਚੋਂ ਆਉਂਦੀਆਂ ਹਨ ਅਤੇ ਇਹੋ ਹੀ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ। ਇਹ ਜਿਹੜੀਆਂ ਗੱਲਾਂ ਆ ਇਹੀ ਮਨੁੱਖ ਨੂੰ ਜਿਹੜੀਆਂ ਭ੍ਰਿਸ਼ਟ ਕਰਦੀਆਂ, ਜਿਹੜੀਆਂ ਦਿਲ ਵਿੱਚੋਂ ਗੱਲਾਂ ਆਉਂਦੀਆਂ। ਉਹੀ ਜਿਹੜਾ ਆਪਾਂ ਪਹਿਲਾਂ ਵੀ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੱਸਿਆ, ਨਮਕ ਹਰਾਮ, ਘਮੰਡੀ, ਕਾਲੇ, ਨਾਪਾਕ, ਔਰ ਬਹੁਤ ਸਾਰੀਆਂ ਗੱਲਾਂ ਆਪਾਂ ਪਰਮੇਸ਼ਰ ਦੇ ਵਚਨ 'ਚ ਆਪਾਂ ਦੱਸ ਚੁੱਕੇ ਹਾਂ ਪਹਿਲਾਂ, ਜੋ ਵੀ ਆ। ਔਰ ਉਹ ਗੱਲਾਂ ਜਿਹੜੀਆਂ ਦਿਲ ਵਿੱਚੋਂ ਆਉਂਦੀਆਂ ਉਹ ਸਾਰੀਆਂ ਜਿਹੜੀਆਂ ਆ ਬੰਦੇ ਨੂੰ ਕੀ ਕਰਦੀਆਂ ਹਨ, ਨਾਪਾਕ ਕਰ ਦਿੰਦੀਆਂ ਹਨ। ਹਾਲੇਲੂਇਆ। ਜਿਹੜੀਆਂ ਗੱਲਾਂ ਮੂੰਹ ਵਿੱਚੋਂ ਨਿਕਲਦੀਆਂ ਹਨ ਉਹ ਦਿਲ ਵਿੱਚੋਂ ਆਉਂਦੀਆਂ ਹਨ ਅਤੇ ਇਹੋ ਹੀ ਮਨੁੱਖ ਨੂੰ ਕੀ ਕਰਦੀਆਂ, ਭ੍ਰਿਸ਼ਟ ਕਰ ਦਿੰਦੀਆਂ ਹਨ। ਹਾਲੇਲੂਇਆ। ਭ੍ਰਿਸ਼ਟ ਕਰ ਦਿੰਦੀਆਂ ਹਨ। ਕਿਉਂ ਕਿ ਬੁਰੇ ਖਿਆਲ, ਖੂਨ, ਜਨਾਹਕਾਰੀਆਂ, ਹਰਾਮਕਾਰੀਆਂ, ਚੋਰੀਆਂ, ਝੂਠੀਆਂ ਅਗਾਹੀਆਂ, ਕੁਫਰ ਦਿਲ ਵਿੱਚੋਂ ਨਿਕਲਦੇ ਹਨ। ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਦਿਲ ਵਿੱਚੋਂ ਆਉਂਦੀਆਂ ਹਨ। ਹਾਲੇਲੂਇਆ। ਹਾਲੇਲੂਇਆ। ਚੋਰੀਆਂ, ਝੂਠੀਆਂ ਅਗਾਹੀਆਂ, ਕੁਫਰ ਦਿਲ ਵਿੱਚੋਂ ਨਿਕਲਦੇ ਹਨ। ਇਹੋ ਹੀ ਗੱਲਾਂ ਹਨ ਜਿਹੜੀਆਂ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ। ਇਹ ਗੱਲਾਂ ਆ ਮੇਰੇ ਜੀਜੋ ਜਿਹੜੀਆਂ ਮਨੁੱਖ ਨੂੰ ਜਿਹੜੀਆਂ ਭ੍ਰਿਸ਼ਟ ਕਰ ਦਿੰਦੀਆਂ ਹਨ। ਇਹ ਗੱਲਾਂ ਸਾਡੇ ਦਿਲ ਦੇ ਵਿੱਚੋਂ ਨਹੀਂ ਹੋਣੀਆਂ ਚਾਹੀਦੀਆਂ, ਨਹੀਂ ਨਿਕਲਣੀਆਂ ਚਾਹੀਦੀਆਂ ਮੇਰੇ ਜੀਜੋ।
ਜੇ ਬਿਨਾਂ ਹੱਥ ਧੋਤੇ ਤੁਸੀਂ ਰੋਟੀ ਖਾਣੇ, ਉਹਦੇ ਨਾਲ ਉਹਦਾ ਕੋਈ ਲਿੰਕ ਨਹੀਂ ਹੈ। ਹਾਲੇਲੂਇਆ। ਪਰ ਜਿਹੜੀਆਂ ਦਿਲ ਦੇ ਵਿੱਚੋਂ ਗੱਲਾਂ ਜਿਹੜੀਆਂ ਨਿਕਲਦੀਆਂ ਹਨ, ਜਿਹੜੀਆਂ ਮੈਂ ਤੁਹਾਨੂੰ ਪੜ੍ਹ ਕੇ ਸੁਣਾਈਆਂ, ਇੱਕ ਵਾਰ ਫਿਰ ਮੈਂ ਪੜ੍ਹਦਾ, ਕਿਉਂਕਿ ਬੁਰੇ ਖਿਆਲ ਉਹ ਦਿਲ ਦੇ ਵਿੱਚੋਂ ਨਿਕਲਦੇ ਆ। ਜਿਹੜਾ ਖੂਨ ਜਨਾਹਕਾਰੀਆਂ ਜਿਹੜੇ ਜਨਾਹਕਾਰੀਆਂ ਇਹ ਵੀ ਦਿਲ ਦੇ ਵਿੱਚੋਂ ਨਿਕਲਦੀਆਂ ਹਨ। ਕੁਫਰ ਬਕਦੇ ਆ ਆਪਾਂ, ਝੂਠ ਬੋਲਦੇ ਆ, ਹਾਲੇਲੂਇਆ, ਦਿਲ ਵਿੱਚੋਂ ਹੀ ਨਿਕਲਦੇ ਹਨ। ਇਹੋ ਹੀ ਗੱਲਾਂ ਹਨ ਜਿਹੜੀਆਂ ਮਨੁੱਖ ਨੂੰ ਕੀ ਕਰਦੀਆਂ, ਭ੍ਰਿਸ਼ਟ ਕਰਦੀਆਂ ਮੇਰੇ ਜੀ। ਇਹ ਗੱਲਾਂ ਆ ਸਾਰੀਆਂ ਜਿਹੜੀਆਂ ਮਨੁੱਖ ਨੂੰ ਕੀ ਕਰਦੀਆਂ, ਭ੍ਰਿਸ਼ਟ ਕਰਦੀਆਂ ਹਨ। ਹਾਲੇਲੂਇਆ। ਪਰ ਅਣਧੋਤੇ ਹੱਥਾਂ ਨਾਲ ਰੋਟੀ ਖਾਣੀ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦੀ ਹੈ। ਹਾਲੇਲੂਇਆ। ਅਣਧੋਤੇ ਹੱਥਾਂ ਦੇ ਨਾਲ ਰੋਟੀ ਖਾਣੀ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦੀ ਹੈ। ਜੋ ਦਿਲ ਵਿੱਚੋਂ ਗੱਲਾਂ ਜਿਹੜੀਆਂ ਆਉਂਦੀਆਂ ਹੈ, ਉਹੀ ਮਨੁੱਖ ਨੂੰ ਜਿਹੜੀਆਂ ਉਹ ਭ੍ਰਿਸ਼ਟ ਕਰ ਦਿੰਦੀਆਂ ਹੈ। ਹਾਲੇਲੂਇਆ। ਮੇਰੇ ਜੋ ਅੰਤ ਦਾ ਸਮਾਂ ਆ ਰਿਹਾ ਹੈ, ਅੰਤ ਦੇ ਸਮੇਂ ਦੇ ਵਿੱਚ ਜਿਹੜਾ ਬਹੁਤ ਸਾਰੀ ਜਿਹੜੀ ਆ ਲੋਕਾਂ ਦੀ ਪ੍ਰੀਤ ਜਿਹੜੀ ਆ ਪਰਮੇਸ਼ਰ ਦੇ ਨਾਲ ਠੰਡੀ ਪੈ ਜਾਣਗੀ। ਹਾਲੇਲੂਇਆ, ਪੈ ਜਾਏਗੀ। ਹਾਲੇਲੂਇਆ। ਜਿਹੜੇ ਵਿਸ਼ਵਾਸੀ ਆ ਉਹ ਵੀ ਪਿੱਛੇ ਮੁੜ ਜਾਣਗੇ ਮੇਰੇ ਚੀਜ਼। ਪਰ ਸਾਨੂੰ ਅੱਜ ਲੋੜ ਆ ਪਰਮੇਸ਼ਰ ਦੇ ਨਾਲ ਜੁੜਨ ਦੀ। ਪਰਮੇਸ਼ਰ ਨਾਲ ਜੁੜਾਂਗੇ, ਹਮ ਪਰਮੇਸ਼ਰ ਦਾ ਵਚਨ ਪੜਾਂਗੇ, ਪਰਮੇਸ਼ਰ ਦੇ ਹੁਕਮਾਂ ਦੇ ਉੱਪਰ ਚੱਲਾਂਗੇ, ਤਾਂ ਫਿਰ ਅਸੀਂ ਪਰਮੇਸ਼ਰ ਦੇ ਨਾਲ ਜੁੜੇ ਰਹਿੰਦੇ ਹਾਂ ਮੇਰੇ ਚੀਜ਼। ਜਿਸ ਤਰ੍ਹਾਂ ਇੱਕ ਦਰਖਤ ਜਿਹੜਾ ਹੈ, ਉਹ ਦੀ ਟਾਹਣੀ ਜਿਹੜੀ ਆ ਦਰਖਤ ਨਾਲ ਜੁੜੀ ਰਹਿੰਦੀ ਹੈ ਤੇ ਬਹੁਤ ਸਾਰਾ ਫਲ ਦਿੰਦੀ ਹੈ ਮੇਰੇ ਚੀਜ਼। ਇਸੇ ਤਰ੍ਹਾਂ ਅਸੀਂ ਵੀ ਪਰਮੇਸ਼ਰ ਵਿੱਚ ਜੁੜ ਕੇ ਔਰ ਪਰਮੇਸ਼ਰ ਦੇ ਨਾਲ ਜੁੜ ਕੇ ਅਸੀਂ ਬਹੁਤ ਸਾਰਾ ਫਲ ਲੈ ਕੇ ਆਉਣਾ ਹੈ। ਲੋਕਾਂ ਨੂੰ ਦੱਸਣਾ ਹੈ ਪਰਮੇਸ਼ਰ ਦੇ ਬਾਰੇ ਕਿ ਯਿਸੂ ਮਸੀਹ ਨਾਸਰੀ ਹੀ ਪ੍ਰਭੂ ਹੈ। ਉਹੀ ਦੇਹਧਾਰੀ ਹੋ ਕੇ ਆਇਆ ਹੈ, ਉਹੀ ਸਾਡੇ ਵਿੱਚ ਦੇਹਧਾਰੀ ਹੋ ਕੇ ਆਇਆ ਹੈ। ਜਿਹੜੇ ਦੇਹਧਾਰੀ ਹੋ ਕੇ ਨਹੀਂ ਆਇਆ ਨੂੰ ਮੰਨਦੇ ਹੈ ਤਾਂ ਉਹੀ ਵਿਰੋਧੀ ਹੈ ਪ੍ਰਭੂ ਯਿਸੂ ਮਸੀਹ ਦੇ ਮੇਰੇ ਚੀਜ਼। ਹਾਲੇਲੂਇਆ। ਕਿਉਂਕਿ ਪ੍ਰਭੂਆਂ ਦਾ ਪ੍ਰਭੂ, ਰਾਜਿਆਂ ਦਾ ਰਾਜਾ ਜਿਹੜਾ ਹੈ, ਉਹ ਸਾਨੂੰ ਅੱਜ ਦੱਸਦਾ ਹੈ ਕਿ ਅਸੀਂ ਅਸੀਂ ਦੇਖਣਾ, ਹਰ ਇੱਕ ਆਤਮਾ ਦੀ ਅਸੀਂ ਪ੍ਰਤੀਤ ਨਹੀਂ ਕਰਨੀ ਕਿ ਇਹ ਪਰਮੇਸ਼ਰ ਵੱਲੋਂ ਹੈ। ਪਰਮੇਸ਼ਰ ਨੇ ਸਾਨੂੰ ਪੁੱਤਰ ਆਤਮਾ ਦਿੱਤਾ ਹੈ, ਅਸੀਂ ਪਰਖਣਾ ਕਿ ਸੱਚਮੁੱਚ ਇਹ ਪਰਮੇਸ਼ਰ ਵੱਲੋਂ ਹੈ ਜਾਂ ਨਹੀਂ। ਮੇਰੇ ਚੀਜ਼ੋ, ਅਸੀਂ ਹਰ ਇੱਕ ਦੀ ਪ੍ਰਤੀਤ ਨਹੀਂ ਕਰ ਲੈਣੀ ਹੈ। ਹਾਲੇਲੂਇਆ। ਕਿਉਂਕਿ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ, ਅੰਤ ਦੇ ਸਮੇਂ ਦੇ ਵਿੱਚ ਝੂਠੇ ਨਬੀ ਜਿਹੜੇ ਆ ਉੱਠ ਖਲੋਣਗੇ। ਹਾਲੇ ਜਿਹੜੇ ਵਿਸ਼ਵਾਸੀ ਹੈ, ਜਿਹੜੇ ਪ੍ਰਭੂ ਦੇ ਵਿੱਚ ਚੱਲਦੇ, ਉਹਨਾਂ ਨੂੰ ਵੀ ਭੁਲਾਵੇਂ ਦੇ ਵਿੱਚ ਪਾ ਦੇਣਗੇ ਮੇਰੇ ਚੀਜ਼ੋ। ਇਸ ਕਰਕੇ ਸਾਨੂੰ ਬਹੁਤ ਹੀ ਸਿੱਖਣ ਦੀ ਜ਼ਰੂਰਤ ਆ, ਪਰਮੇਸ਼ਰ ਦੇ ਨਾਲ ਚੱਲਣ ਦੀ ਜ਼ਰੂਰਤ ਆ, ਤਾਂ ਕਿ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਅਸੀਂ ਦੇਖਣਾ ਹੈ ਕਿ ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿੰਦਾ, ਪਰਮੇਸ਼ਰ ਦੇ ਹੁਕਮ ਸਾਨੂੰ ਕੀ ਕਹਿੰਦੇ ਹੈ। ਅਸੀਂ ਉਹਨਾਂ ਹੁਕਮਾਂ ਦੇ ਮੁਤਾਬਕ ਚੱਲਣਾ ਹੈ ਮੇਰੇ ਜੀਜੋ। ਹਾਲੇਲੂਇਆ। ਜਿਸ ਤਰ੍ਹਾਂ ਪਹਿਲਾਂ ਆਪਾਂ ਪੜ੍ਹਿਆ ਹੈ ਕਿ ਜਿਹੜੇ ਫਰਾਂਸੀਸੀ ਆ, ਉਹ ਦੂਸਰਿਆਂ ਦੀ ਰੀਤ ਦੀ ਗੱਲ ਤਾਂ ਕਰਦੇ ਕਿ ਅਣਧੋਤੇ ਹੱਥ ਤੇਰੇ ਚੇਲੇ ਆ ਉਹ ਖਾਂਦੇ ਆ ਤੇ ਉਹ ਹੱਥ ਨਹੀਂ ਧੋਂਦੇ। ਤਾਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਉੱਥੇ ਉਹਨਾਂ ਨੂੰ ਕੀ ਕਿਹਾ? ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਰੀਤ ਦੇ ਅਨੁਸਾਰ ਫਿਰ ਪਰਮੇਸ਼ਰ ਦੇ ਹੁਕਮਾਂ ਨੂੰ ਕਿਉਂ ਨਹੀਂ ਮੰਨਦੇ ਹੈ। ਹਾਲੇਲੂਇਆ। ਸਾਨੂੰ ਪਰਮੇਸ਼ਰ ਦੇ ਹੁਕਮ ਹੀ ਜਿਹੜੇ ਆ ਉਹ ਮੰਨਣੇ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ ਮੇਰੇ ਜੀਜੋ। ਫਿਰ ਹੀ ਅਸੀਂ ਪਰਮੇਸ਼ਰ ਦੇ ਨਾਲ ਮਿਲ ਕੇ, ਪਰਮੇਸ਼ਰ ਦੇ ਹੁਕਮਾਂ ਦੇ ਉੱਪਰ ਚੱਲ ਕੇ, ਪਰਮੇਸ਼ਰ ਦਾ ਵਚਨ ਪੜ੍ਹ ਕੇ ਫਿਰ ਹੀ ਪਰਮੇਸ਼ਰ ਵਿੱਚ ਅੱਗੇ ਵਧ ਸਕਦੇ ਹਾਂ ਤੇ ਲੋਕਾਂ ਨੂੰ ਅਸੀਂ ਪਰਮੇਸ਼ਰ ਦਾ ਵਚਨ ਦੱਸ ਸਕਦੇ ਹਾਂ ਮੇਰੇ ਜੀਜੋ। ਪਰਮੇਸ਼ਰ ਇਹਨਾਂ ਵਚਨਾਂ ਨੂੰ ਤੁਹਾਨੂੰ ਬਹੁਤ ਬੜੀ ਬਰਕਤ ਤੇ ਬਹੁਤ ਬੜੀ ਆਸ਼ੀਰਵਾਦ ਹੈ। ਆਮੀਨ, ਆਮੀਨ, ਆਮੀਨ।